किसान वीरो ਤੁਹਾਨੂੰ ਜਾਗਰੂਕ ਰੱਖਣਾ ਹੈ ਸਾਡੀ ਜ਼ਿੰਮੇਵਾਰੀ। ਤੁਹਾਡੀ ਹਰ ਪਾਸੋਂ ਹੋਵੇ ਤਰੱਕੀ, ਇਹੋ ਹੈ ਸਾਡੀ ਦੁਆ। ਇਸ ਲਈ ਲੈ ਹਾਜ਼ਰ ਹੁੰਨਾ ਹਾਂ ਮੈਂ ਪੀਟੀਸੀ ਨਿਊਜ਼ ਦਾ ਇੱਕ ਖਾਸ ਉਪਰਾਲਾ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 6 ਕੋ ਪਾਵਰਡ ਬਾय धानुका ਦਾ ਸੈਂਪਰਾ ਨੇ ਕੀਤਾ ਕਮਾਲ। ਗੰਡਾ ਤੋਂ ਖਤਮ ਕਰੇ ਮੋਥਾ, ਮਿਹਨਤ ਘੱਟ ਤੇ ਮੁਨਾਫਾ ਮੋਟਾ। ਅਤੇ ਸਵਾਨਾ ਸੀਡਸ ਸਵਾ ਸਮਾਰਟ धान, ਵਜ਼ਨਦਾਰ ਦਾਣੇ, ਭਰਪੂਰ ਝਾੜ, ਹੁਣ ਦੋਹਰੀ ਸੁਰੱਖਿਆ ਨਾਲ। ਤੇ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਜੋ ਕਿ 93159229, ਇਸ ਉੱਤੇ ਤੁਸੀਂ ਮਿਸਡ ਕਾਲ ਕਰਦੇ ਹੋ ਜਾਂ WhatsApp ਕਰਦੇ ਹੋ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰਦੀ ਹੈ ਅਤੇ ਕਿਸਾਨੀ ਨਾਲ ਜੁੜੇ ਤੁਹਾਡੇ ਸਵਾਲ ਜਾਣਦੀ ਹੈ। ਤੇ ਅੱਜ ਦਾ ਸਾਡਾ ਵਿਸ਼ਾ ਹੈ ਖੇਤੀ ਸਾਹਿਤ ਦਾ ਖੇਤੀ ਦੀ ਉन्नत ਵਿੱਚ ਯੋਗਦਾਨ, ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਨੇ ਡਾਕਟਰ ਤਜਿੰਦਰ ਰਿਆੜ ਸਾਹਿਬ। ਡਾਕਟਰ ਸਾਹਿਬ ਜੀ ਆਇਆਂ ਨੂੰ। ਧੰਨਵਾਦ ਜੀ। ਡਾਕਟਰ ਸਾਹਿਬ, ਸਾਡੇ ਪ੍ਰੋਗਰਾਮ ਦਾ ਜਿਹੜਾ ਮੁੱਖ ਮਕਸਦ ਹੈ ਉਹ ਤਾਂ ਇਹੀ ਹੈ ਕਿ ਨਵੀਆਂ ਤਕਨੀਕਾਂ ਆਉਂਦੀਆਂ ਨੇ, ਨਵੇਂ ਐਗਰੀ ਇਨਪੁਟਸ ਹੁੰਦੇ ਨੇ ਜਿਸ ਬਾਰੇ ਕਿਸਾਨ ਵੀਰਾਂ ਨੂੰ ਜਾਗਰੂਕ ਕੀਤਾ ਜਾਵੇ। ਪਰ ਇੱਥੇ ਤੁਹਾਡੇ ਕੋਲੋਂ ਇਹ ਜਾਣਨਾ ਚਾਹਾਂਗਾ ਕਿ ਇਸ ਵਿੱਚ ਖੇਤੀ ਸਾਹਿਤ ਦਾ ਕੀ ਮਹੱਤਵ ਹੈ। ਸੋ ਸਭ ਤੋਂ ਪਹਿਲਾਂ ਤਾਂ ਬਹੁਤ ਵਧੀਆ ਉਪਰਾਲਾ ਜਿਹੜਾ ਪੀਟੀਸੀ ਕਿਸਾਨ ਹੈਲਪਲਾਈਨ ਕਰ ਰਿਹਾ ਹੈ, ਕਿਉਂਕਿ ਪੰਜਾਬ ਦੇ ਕਿਸਾਨ ਜਿਹੜੇ ਨੇ ਤਕਰੀਬਨ 76% ਖੇਤੀਬਾੜੀ 'ਤੇ ਨਿਰਭਰ ਨੇ ਜੀ। ਔਰ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਕਿ ਖੇਤੀ ਸਾਹਿਤ ਦਾ ਜਿਹੜਾ ਯੋਗਦਾਨ ਹੈ ਉਹ ਕੀ ਹੋ ਸਕਦਾ ਹੈ। ਉਹ ਭਾਵੇਂ ਉਤਪਾਦਨ ਹੋਵੇ ਜਾਂ ਮੰਡੀਕਰਨ ਹੋਵੇ ਜਾਂ ਉਸ ਨੂੰ ਬੀਜਣ ਦਾ ਕੀ ਉਪਰਾਲਾ ਹੋਵੇ। ਸੋ ਖੇਤੀ ਸਾਹਿਤ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਸੰਚਾਰ ਕੇਂਦਰ ਜੋ ਹੈ ਵਿਸ਼ੇਸ਼ ਤੌਰ 'ਤੇ ਸਥਾਪਿਤ ਕੀਤਾ ਹੈ ਕਿ ਜੋ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਖੇਤੀ ਖੋਜਾਂ ਨੇ ਉਹ ਕਿਸਾਨਾਂ ਤੱਕ ਇੱਕ ਪੁਸਤਕ ਦੇ ਵਿੱਚ, ਇੱਕ ਕਿਤਾਬਚੇ ਦੇ ਵਿੱਚ ਕਲਮਬੰਦ ਕਰਕੇ ਤੇ ਕਿਸਾਨਾਂ ਤੱਕ ਪਹੁੰਚਾਈਆਂ ਜਾਣ ਔਰ ਕਿਸਾਨ ਉਸ ਨੂੰ ਪੜ੍ਹ ਕੇ ਇੱਕ ਨੰਬਰ ਦੇ ਚੈਪਟਰ ਤੋਂ ਲੈ ਕੇ ਅੱਗੇ ਨੂੰ ਪੜ੍ਹਦੇ ਜਾਂਦੇ ਨੇ। ਤੇ ਜੇ ਝੋਨੇ ਦੀ ਗੱਲ ਕਰੀਏ ਤੇ ਝੋਨੇ ਪ੍ਰਤੀ ਉਹਦੇ ਵਿੱਚ ਪਨੀਰੀ ਲਾਉਣ ਤੋਂ ਲੈ ਕੇ ਇੱਥੇ ਵੀ ਬਸ ਨਹੀਂ ਕਿ ਖੇਤ ਬਣਾਉਣ ਤੋਂ ਲੈ ਕੇ ਔਰ ਮੰਡੀਕਰਨ ਤੱਕ ਦਾ ਜਿੰਨਾ ਵੀ ਪ੍ਰੋਸੈਸ ਹੈ, ਉਹਦਾ ਬੀਜ ਕਿੰਨਾ ਪਾਉਣਾ ਹੈ, ਖਾਦਾਂ ਕਿੰਨੀਆਂ ਪਾਉਣੀਆਂ, ਪਾਣੀ ਕਿੰਨੇ ਲਾਉਣੇ ਨੇ, ਉਹ ਸਾਰਾ ਉਹਦੇ ਵਿੱਚ ਦਰਜ ਹੁੰਦਾ। ਇਸ ਤੋਂ ਇਲਾਵਾ ਕਿ ਕਿਹੜੀ ਕਿਸਮ ਜਿਹੜੀ ਹੈ ਉਹ ਵੀ ਉਹਦੇ ਵਿੱਚ ਦਰਜ ਹੁੰਦੀ ਹੈ। ਔਰ ਮੈਂ ਸਮਝਣਾ ਕਿ ਖੇਤੀ ਸਾਹਿਤ ਦਾ ਯੋਗਦਾਨ ਇੱਕ ਕਿਸਾਨ ਜਦੋਂ ਉਹਦੇ ਕੋਲ ਉਹਦਾ ਗ੍ਰੰਥੀ ਹੁੰਦਾ ਹੈ ਔਰ ਜਦੋਂ ਉਹਨੂੰ ਪੜ੍ਹਦਾ ਹੈ ਤੇ ਪੜ੍ਹ ਕੇ ਹਰ ਇੱਕ ਚੀਜ਼ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦਾ ਆਪਣੇ ਖੇਤਾਂ ਦੇ ਵਿੱਚ ਔਰ ਵੱਧ ਪੈਦਾਵਾਰ ਤੇ ਚੰਗਾ ਤੇ ਚੋਖਾ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕਰਦਾ। ਖੇਤੀ ਸਾਹਿਤ ਦਾ ਇੱਕ ਮਹੱਤਵ ਔਰ ਮਹੱਤਤਾ ਸਾਡੇ ਕਿਸਾਨਾਂ ਵਾਸਤੇ ਬਹੁਤ ਹੀ ਇੱਕ ਜ਼ਿਆਦਾ ਜਿਹੜੀ ਉੱਭਰ ਕੇ ਉਹ ਆ ਰਹੀ ਹੈ। ਇੱਥੇ ਇਹ ਵੀ ਜਾਣਨਾ ਚਾਹਾਂਗਾ ਕਿ ਜਿਹੜੇ ਕਿਸਾਨ ਵੀਰ ਇਹ ਸਾਹਿਤ ਲੈਣਾ ਚਾਹੁੰਦੇ ਨੇ ਉਹ ਕਿੱਥੋਂ ਲੈ ਸਕਦੇ ਨੇ। ਖੇਤੀ ਸਾਹਿਤ ਜਿਹੜਾ ਸਾਡਾ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਗੇਟ ਨੰਬਰ 1 ਤੇ ਸਾਡੀ ਕਿਤਾਬਾਂ ਦੀ ਦੁਕਾਨ ਜਿਹੜੀ ਹੈ ਉੱਥੇ ਉਪਲਬਧ ਹੈ ਔਰ ਬਿਲਕੁਲ ਉਹਦੇ ਨਾਲ ਹੀ ਸਾਡਾ ਸੰਚਾਰ ਕੇਂਦਰ ਹੈ ਜਿਹਦੇ ਵਿੱਚ ਇਹ ਸਾਰੀਆਂ ਕਿਤਾਬਾਂ ਜਿਹੜੀਆਂ ਉਹ ਛਾਪੀਆਂ ਜਾਂਦੀਆਂ ਔਰ ਇੱਥੋਂ ਮਿਲਦੀਆਂ ਨੇ। ਇਸ ਤੋਂ ਇਲਾਵਾ ਇੱਕ ਅਹਿਮ ਗੱਲ ਆ ਜਾਂਦੀ ਆ ਕਿ ਇਹ ਪੰਜਾਬ ਤਾਂ ਕਾਫੀ ਵੱਡਾ ਹੈ ਕਿਉਂਕਿ ਇਹਦੇ 22-23 ਜ਼ਿਲ੍ਹੇ ਨੇ ਔਰ ਇਹ ਲੁਧਿਆਣੇ ਹੀ ਕਿਉਂ ਲਿਟਰੇਚਰ ਲੈਣ ਆਉਣਗੇ, ਖੇਤੀ ਸਾਹਿਤ ਲੈਣ ਆਉਣਗੇ। ਸੋ ਇਹਦੇ ਵਾਸਤੇ ਅਸੀਂ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਵੀ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਜਿਹੜੇ ਨੇ ਉਹ ਖੁੱਲ੍ਹੇ ਹੋਏ ਨੇ ਔਰ ਅਸੀਂ ਉੱਥੇ ਵੀ ਇੱਕ ਬੀਜਾਂ ਦੀ ਦੁਕਾਨ, ਉਹਦੇ ਨਾਲ ਖੇਤੀ ਸਾਹਿਤ ਦੀ ਦੁਕਾਨ ਜਿਹੜੀ ਆ ਉਹ ਬਣਾਈ ਆ, ਜਿਹਨੂੰ ਕਿ ਕਿਤਾਬਾਂ ਦੀ ਦੁਕਾਨ ਵੀ ਅਸੀਂ ਕਹਿ ਦਿੰਦੇ ਹਾਂ। ਅਤੇ ਸਾਡੇ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਆਪਣੇ ਜ਼ਿਲ੍ਹੇ ਦੇ ਉਸ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿੱਚੋਂ ਜਾ ਕੇ ਜਿਹੜੀ ਵੀ ਉਹਨਾਂ ਨੂੰ ਕਿਤਾਬ ਲੈਣੀ ਆ ਜਾਂ ਜਿਹੜੀ ਵੀ ਉਹ ਖੇਤੀਬਾੜੀ ਕਰਦੇ ਨੇ, ਕਿਉਂਕਿ ਕੁਛ ਕਿਸਾਨ ਜਿਹੜੇ ਨੇ ਉਹ ਕਣਕ, ਝੋਨਾ ਅਤੇ ਅਨਾਜ ਦੀ ਖੇਤੀ ਕਰਦੇ ਨੇ। ਇਸ ਦੇ ਇਲਾਵਾ ਕੁਛ ਕਿਸਾਨ ਜਿਹੜੇ ਨੇ ਉਹ ਸਬਜ਼ੀਆਂ ਉਗਾਉਂਦੇ ਨੇ, ਕੁਛ ਫਲ ਫਰੂਟ ਉਗਾਉਂਦੇ ਨੇ। ਇਹ ਤੋਂ ਇਲਾਵਾ ਕੁਛ ਲੋਕ ਦੇਖੋ ਸਹਾਇਕ ਧੰਦਿਆਂ ਦੇ ਵਿੱਚ ਡੇਅਰੀ ਉਹਨਾਂ ਨੇ ਅਪਣਾਈ ਹੋਈ ਆ, ਕਈਆਂ ਨੇ ਸੂਰ ਰੱਖੇ ਨੇ, ਬੱਕਰੀਆਂ ਰੱਖੀਆਂ। ਸੋ ਮੇਰਾ ਮਤਲਬ ਹੈ ਕਿ ਉਹ ਵੱਖਰੇ ਵੱਖਰੇ ਖੇਤੀ ਸਾਹਿਤ ਦੀ ਉਹਨਾਂ ਵਾਸਤੇ ਵੱਖਰੀ ਵੱਖਰੀ ਪਹਿਚਾਣ ਆ ਔਰ ਮਹੱਤਤਾ ਹੈ ਔਰ ਇਸੇ ਕਰਕੇ ਹੀ ਕਿਸਾਨ ਜਿਹੜੇ ਨੇ ਉੱਥੋਂ ਆਪਣੀ ਮਨਪਸੰਦ ਜਿਹੜਾ ਉਹਨਾਂ ਨੇ ਕਿੱਤਾ ਕਰਨਾ ਜਾਂ ਕਰ ਰਹੇ ਨੇ
ਉੱਥੋਂ ਜਾ ਕੇ ਉਹ ਆਪਣਾ ਲਿਟਰੇਚਰ ਜਿਹੜਾ ਖੇਤੀ ਸਾਹਿਤ ਆ ਉਹ ਲੈ ਸਕਦੇ ਹਨ। ਪਰ ਡਾਕਟਰ ਸਾਹਿਬ ਅੱਜ ਕੱਲ੍ਹ ਜਿਵੇਂ ਸਾਰੇ ਜਾਣਦੇ ਕਿ ਕਰੋਨਾ ਦਾ ਕਾਲ ਚੱਲ ਰਿਹਾ ਹੈ ਤੇ ਇਸ ਵਿੱਚ ਇਹ ਜਿਹੜਾ ਸਾਹਿਤ ਹੈ ਤੁਸੀਂ ਕਿਸਾਨ ਵੀਰਾਂ ਦੇ ਘਰ ਵੀ ਪਹੁੰਚਾ ਸਕਦੇ ਹੋ ਜਾਂ ਆਨਲਾਈਨ ਇਸ ਮੁਤਲਕ ਉਹ ਸਾਰੀ ਜਾਣਕਾਰੀ ਲੈ ਸਕਦੇ ਨੇ? ਸੋ ਬਹੁਤ ਵਧੀਆ ਗੱਲ ਕੀਤੀ ਹੈ, ਕਿਉਂਕਿ ਪਿਛਲੇ ਤਕਰੀਬਨ 1.5 ਸਾਲ ਤੋਂ ਆ ਜਿਹੜਾ ਮਹਾਂਮਾਰੀ ਦਾ ਦੌਰ ਚੱਲ ਰਿਹਾ ਹੈ ਜੀ, ਇਹਦੇ ਵਿੱਚ ਸਾਨੂੰ ਬਹੁਤ ਦਿੱਕਤਾਂ ਇਹ ਜਿਹੜੀਆਂ ਵਾਕਈ ਆਈਆਂ ਨੇ। ਔਰ ਪਰ ਲੋੜ ਕਾਰਡ ਦੀ ਮਾਂ ਆ, ਕਿਉਂਕਿ ਅਸੀਂ ਵੀ ਫਿਰ ਉਹਨਾਂ ਦੀ ਡਿਮਾਂਡ ਦੇ ਮੁਤਾਬਕ, ਕਿਉਂਕਿ ਖੇਤੀਬਾੜੀ ਇੱਕ ਇਹੋ ਜਿਹਾ ਧੰਦਾ ਆ, ਕਿੱਤਾ ਵਾ ਜਿਹਦੇ ਵਿੱਚ ਨਾ ਕੋਈ ਪ੍ਰਕਾਰ ਦਾ ਕੋਈ ਵੇਟ ਨਹੀਂ ਕੀਤੀ ਜਾ ਸਕਦੀ। ਅਸੀਂ ਇਹਨੂੰ ਲੰਬਾ ਸਮਾਂ ਤੱਕ ਵੇਟ ਨਹੀਂ ਕਰ ਸਕਦੇ। ਸੋ ਜਿਵੇਂ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਬੋਲ ਰਿਹਾ, ਔਰ ਇਹ ਜਿਹੜਾ ਸਾਡਾ ਲਿਟਰੇਚਰ ਹੈ ਅਸੀਂ ਕਿਸਾਨਾਂ ਦੇ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਅਸੀਂ ਜਿਹੜਾ ਉਹ ਇੱਕ ਇਹਨਾਂ ਨੂੰ ਨੰਬਰ ਜਿਹੜਾ ਵਾ ਫੋਨ ਨੰਬਰ ਉਹ ਅਸੀਂ ਕਿਸਾਨਾਂ ਵਾਸਤੇ ਵਿਸ਼ੇਸ਼ ਤੌਰ 'ਤੇ ਸਟਾਰਟ ਕੀਤਾ, ਜਿਹਦੇ ਵਿੱਚ ਮੈਂ ਗੱਲ ਕਰਾਂ ਤਾਂ 82 880 ਔਰ 57 707। ਜਦੋਂ ਇਸ ਫੋਨ ਦੀ ਆਪਾਂ ਗੱਲ ਕਰਦੇ ਹਾਂ ਤੇ ਵਾਕਈ ਸਾਰੇ ਚੀਜ਼ਾਂ ਜਿਹੜੀਆਂ ਅਸੀਂ ਇਹਦੇ ਵਿੱਚ ਲਿਖਤੀਆਂ ਨੇ, ਕਿਸਾਨ ਆਪਣਾ ਉੱਥੋਂ ਹੀ ਆਨਲਾਈਨ ਪੈਸੇ ਵੀ ਜਮ੍ਹਾਂ ਕਰਾ ਸਕਦਾ ਹੈ, ਔਰ ਉਸ ਦੇ ਐਡਰੈਸ 'ਤੇ ਜਿਹੜੀ ਵੀ ਉਹ ਕਿਤਾਬ ਛਪਾਉਣੀ ਚਾਹੁੰਦਾ ਹੈ ਉਹੀ ਕਿਤਾਬ ਉਹਦੇ ਵਿੱਚ ਛਪ ਕੇ ਉਹਦੇ ਕੋਲੇ ਆ ਜਾਂਦੀ ਹੈ। ਔਰ ਰੀਅਲੀ ਉਹ ਵਾਕਈ ਜੋ ਵੀ ਮਟੀਰੀਅਲ ਉਹ ਲੈਣਾ ਚਾਹੁੰਦਾ, ਕਿਉਂਕਿ ਸਾਡੀ ਇੱਕ ਵੈਬਸਾਈਟ ਦੇ ਉੱਤੇ www.paju.edu ਤੇ ਜਿਹੜੀਆਂ ਜਦੋਂ ਉਹ ਸਾਡੀਆਂ ਕਿਤਾਬਾਂ 'ਤੇ ਕਲਿੱਕ ਕਰਦਾ ਹੈ ਤਾਂ ਸਾਰੀਆਂ ਕਿਤਾਬਾਂ ਜਿਹੜੀਆਂ ਉਹਦੇ ਉੱਤੇ ਆ ਜਾਂਦੀਆਂ ਨੇ। ਅਤੇ ਉੱਥੋਂ ਵੇਖ ਕੇ ਕਿ ਜੇ ਮੈਂ ਗੱਲ ਕਰਾਂ ਕਿ ਹਾੜੀ ਦੀਆਂ ਫਸਲਾਂ ਦੀ ਕਿਤਾਬ ਦੀ ਗੱਲ ਕਰਾਂ ਤੇ ਉਹ ਉੱਥੋਂ ਦੇਖ ਲੈਂਦਾ ਕਿ ਇਹਦਾ ਮੁੱਲ ਜਿਹੜਾ ਵਾ ਉਹ 50 ਰੁਪਏ ਹੈ, ਅਤੇ ਉਹ ਕੀ ਕਰਦਾ ਹੈ ਕਿ ਜਿਹੜਾ ਅਸੀਂ ਅਕਾਊਂਟ ਨੰਬਰ ਦਿੱਤਾ ਹੈ ਉਹਦੇ ਵਿੱਚ 50 ਰੁਪਏ ਜਮ੍ਹਾਂ ਕਰਵਾ ਕੇ ਅਤੇ ਸਾਨੂੰ ਰਸੀਦ ਜਿਹੜੀ ਆ ਉਹ ਇਸ ਫੋਨ ਨੰਬਰ 'ਤੇ ਭੇਜ ਦਿੰਦਾ ਹੈ, ਔਰ ਅਸੀਂ ਉਹਨੂੰ ਉਹ ਕਿਤਾਬ ਜਿਹੜੀ ਆ ਵਾਪਸ ਭੇਜ ਦਿੰਦੇ ਹਾਂ। ਇਸ ਤੋਂ ਇਲਾਵਾ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਕੁਝ ਕਿਸਾਨ ਸਾਡੇ ਇਹੋ ਜਿਹੇ ਨੇ, ਸਾਡੇ ਮੈਂਬਰ ਬਣ ਗਏ ਨੇ, ਉਹ ਕਹਿੰਦੇ ਨੇ ਕਿ ਸਾਨੂੰ ਤੁਸੀਂ ਤਕਰੀਬਨ ਕੋਈ ਵੀ ਤੁਹਾਡਾ ਲਿਟਰੇਚਰ ਜਿਹੜਾ ਵਾ ਨਵਾਂ ਛਪਦਾ ਵਾ ਕਿਸੇ ਪ੍ਰਤੀ ਵੀ, ਤੇ ਉਹ ਸਾਨੂੰ ਜ਼ਰੂਰ ਭੇਜੋ। ਇਸ ਤੋਂ ਇਲਾਵਾ ਪਿੰਡ ਦੀਆਂ ਸੁਸਾਇਟੀਆਂ ਜਿਹੜੀਆਂ ਨੇ ਉਹ ਵੀ ਸਾਡੇ ਨਾਲ ਰਾਬਤਾ ਕਾਇਮ ਕਰਦੀਆਂ ਰਹਿੰਦੀਆਂ ਨੇ, ਅਤੇ ਅਸੀਂ ਉਹਨਾਂ ਨੂੰ ਬਲਕ ਦੇ ਵਿੱਚ ਮਟੀਰੀਅਲ ਇੱਥੋਂ ਜਿਹੜਾ ਵਾ ਉਹਨਾਂ ਦੇ ਘਰ ਤੱਕ ਪਹੁੰਚਾਉਂਦੇ ਹਾਂ। ਔਰ ਕਾਫੀ ਕਿਸਾਨ ਜਿਹੜੇ ਨੇ ਉਹ ਇੱਥੋਂ ਲਿਟਰੇਚਰ ਸਾਡਾ ਲੈ ਕੇ ਔਰ ਆਪਣੀ ਖੇਤੀ ਨੂੰ ਜਿਹੜਾ ਉਹ ਪ੍ਰਫੁੱਲਤ ਕਰ ਰਹੇ ਨੇ। ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਜਦੋਂ ਉਹਨਾਂ ਕੋਲ ਲਿਟਰੇਚਰ ਪਹੁੰਚਦਾ ਹੈ ਔਰ ਇਸ ਪੀਰੀਅਡ ਦੇ ਵਿੱਚ ਤਕਰੀਬਨ ਅਸੀਂ ਕਿਸੇ ਵੀ ਕਿਸਾਨ ਨੂੰ ਵਾਂਝਿਆ ਨਹੀਂ ਰਹਿਣ ਦਿੱਤਾ। ਜੇ ਕਿਸੇ ਦਾ ਫੋਨ ਵੀ ਆਇਆ ਵਾ ਉਹਦਾ ਐਡਰੈਸ ਲੈ ਕੇ ਉਹਦੇ ਕੋਲੇ ਅਸੀਂ ਜਿਹੜਾ ਲਿਟਰੇਚਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਉਹ ਕਿਸੇ ਪ੍ਰਕਾਰ ਦੀ ਖੇਤੀ ਤੋਂ ਵਾਂਝਿਆ ਨਾ ਰਹਿ ਸਕੇ, ਆਪਣੀ ਖੇਤੀ ਦਾ ਉਤਪਾਦਨ ਵਧਾ ਕੇ ਖੇਤੀ ਖਰਚਾ ਘਟਾ ਕੇ ਵੱਧ ਮੁਨਾਫਾ ਜਿਹੜਾ ਉਹ ਜ਼ਰੂਰ ਕਮਾਵੇ। ਬਿਲਕੁਲ ਡਾਕਟਰ ਸਾਹਿਬ, ਇੱਥੇ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਇਹ ਜੋ ਸਾਡਾ ਨੰਬਰ ਹੈ 93 195 92 96 9, ਇਸ ਉੱਤੇ ਵੀ ਤੁਸੀਂ ਮਿਸ ਕਾਲ ਕਰਕੇ ਜਾਂ ਕਾਲ ਕਰਕੇ ਜੋ ਵੀ ਖੇਤੀ ਸਾਹਿਤ ਤੁਹਾਨੂੰ ਚਾਹੀਦਾ ਹੋਵੇ ਉਸ ਮੁਤਲਕ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ। ਗੱਲ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੱਕ ਵੀ ਜ਼ਰੂਰ ਪਹੁੰਚਾਵਾਂਗੇ। ਤੇ ਇੱਥੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ, ਬ੍ਰੇਕ ਤੋਂ ਬਾਅਦ ਵੀ ਚਰਚਾ ਜਾਰੀ ਰਹੇਗੀ। ਤੁਸੀਂ ਵੇਖਦੇ ਰਹੋ ਕਿਸਾਨ ਹੈਲਪਲਾਈਨ ਸ਼ੋਅ ਸੀਜ਼ਨ 6। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਕਿਸਾਨ ਹੈਲਪਲਾਈਨ ਸ਼ੋਅ ਸੀਜ਼ਨ 6 ਤੇ ਅੱਜ ਦਾ ਸਾਡਾ ਵਿਸ਼ਾ ਹੈ ਖੇਤੀ ਸਾਹਿਤ ਦਾ ਖੇਤੀ ਦੀ ਉન્નਤ ਵਿੱਚ ਯੋਗਦਾਨ, ਜਿਸ ਮੁਤਲਕ ਸਾਡੇ ਨਾਲ ਗੱਲ ਕਰ ਰਹੇ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾਕਟਰ ਤਜਿੰਦਰ ਰਿਆੜ। ਤੇ ਡਾਕਟਰ ਸਾਹਿਬ, ਹੁਣ ਤੁਹਾਡੇ ਕੋਲੋਂ ਇਹ ਜਾਣਨਾ ਚਾਹਾਂਗਾ ਕਿ ਇੱਕ ਮੁਸ਼ਤ ਸਾਹਿਤ ਤੁਸੀਂ ਕਿਸਾਨ ਵੀਰਾਂ ਤੱਕ ਪਹੁੰਚਾ ਦਿੱਤਾ, ਪਰ ਕੀ ਕੋਈ ਇਹੋ ਜਿਹਾ ਪ੍ਰੋਵੀਜ਼ਨ ਵੀ ਹੈ, ਇਹੋ ਜਿਹਾ ਕੋਈ ਉਪਰਾਲਾ ਵੀ ਤੁਹਾਡੇ ਵੱਲੋਂ ਕੀਤਾ ਗਿਆ ਹੈ ਕਿ ਜੋ ਵੀਕਲੀ ਹੋਵੇ ਜਾਂ ਮੰਥਲੀ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਹਫਤਾਵਾਰੀ ਜਾਂ ਮਹੀਨਾਵਾਰੀ, ਕੋਈ ਅਜਿਹੇ ਰਸਾਲੇ ਵੀ ਨੇ ਜੋ ਕਿਸਾਨ ਵੀਰਾਂ ਤੱਕ ਪਹੁੰਚਾਏ ਜਾਣ ਤਾਂ ਕਿ ਉਹਨਾਂ ਨੂੰ ਹੋਰ ਜਾਗਰੂਕ ਕੀਤਾ ਜਾ ਸਕੇ? ਸੋ ਬਹੁਤ ਵਧੀਆ ਤੁਸੀਂ ਆ ਸਵਾਲ ਕੀਤਾ ਹੈ, ਕਿਉਂਕਿ ਤਕਰੀਬਨ ਸਾਡੇ ਕੋਲੇ 12,000 ਮੈਂਬਰ ਇਹੋ ਜਿਹੇ ਨੇ ਕਿ ਜਿਹੜੇ ਸਾਡੇ ਚੰਗੀ ਖੇਤੀ ਔਰ ਪ੍ਰੋਗਰੈਸਿਵ ਫਾਰਮਿੰਗ ਜਿਹੜੀ ਹੈ ਉਹਦੇ ਮੈਂਬਰ ਬਣੇ ਹੋਏ ਨੇ। ਜਿਹੜੀ ਚੰਗੀ ਖੇਤੀ ਦੀ ਜਦੋਂ ਮੈਂ ਗੱਲ ਕਰਦਾ ਤਾਂ
ਜੂਨ ਮਹੀਨੇ ਦਾ ਜਿਹੜਾ ਇਸ਼ੂ ਹੈ ਚੰਗੀ ਖੇਤੀ, ਇਹ ਸਾਡਾ ਅਸੀਂ ਇਹਨੂੰ ਪੋਸਟ ਕਰਤਾ ਸੀ ਤਕਰੀਬਨ 21 ਤਰੀਕ ਨੂੰ, ਔਰ ਸਾਡੇ ਕਿਸਾਨ ਭਰਾਵਾਂ ਕੋਲ ਇਹ 25 ਤੋਂ 26 ਮਈ ਦੇ ਵਿੱਚ ਜਿਹੜਾ ਉਹਨਾਂ ਕੋਲ ਪਹੁੰਚ ਚੁੱਕਾ ਹੈ। ਇਸ ਦੇ ਵਿੱਚ ਹਰ ਹਫ਼ਤੇ ਦਾ ਰੁਝੇਵੇਂ ਕੀ ਨੇ, ਉਹਨਾਂ ਦੇ ਕਿਹੜੇ ਆਪਣੇ ਕਾਰਜ ਉਸ ਹਫ਼ਤੇ ਦੇ ਵਿੱਚ ਕਰਨੇ ਨੇ, ਕੋਈ ਵੀ ਫਸਲ ਹੋਵੇ ਜੀ ਉਹ ਸਾਰੀਆਂ ਫਸਲਾਂ ਦੇ ਕਾਰਜ ਲਿਖੇ ਨੇ ਕਿ 7ਵੇਂ ਦਿਨ ਖਾਦ ਪਾਉਣੀ ਹੈ, 8ਵੇਂ ਦਿਨ ਪਾਣੀ ਦੇਖ ਕੇ ਪਾਣੀ ਲਾਉਣਾ ਹੈ, ਔਰ ਅਗਰ ਕੀੜਾ ਆ ਗਿਆ ਤਾਂ ਦਵਾਈ ਛਿੜਕਣੀ ਹੈ। ਸੋ ਵੱਖਰੀਆਂ ਫਸਲਾਂ ਦੇ ਵੱਖਰੇ ਕਾਰਜ ਜਿਹੜੇ ਨੇ ਉਹ 'ਚ ਦਰਜ ਨੇ। ਇਸ ਤੋਂ ਇਲਾਵਾ ਅਗਰ ਸਾਡੇ ਕਿਸੇ ਕਿਸਾਨ ਵੀਰ ਦੇ ਦਿਮਾਗ 'ਚ ਕਿਸੇ ਪ੍ਰਕਾਰ ਦਾ ਕੋਈ ਸਵਾਲ ਆਵੇ ਕਿ ਮੈਂ ਪੜ੍ਹ ਕੇ ਇਤਬਾਰ ਨਹੀਂ ਕਰਦਾ, ਮੈਂ ਤਾਂ ਵਿਗਿਆਨੀ ਦੇ ਨਾਲ ਗੱਲ ਕਰਨੀ ਆ, ਤਾਂ ਅਸੀਂ ਕੀ ਕੀਤਾ ਹੈ ਕਿ ਇਹਦੇ ਹਰ ਜਿਹੜਾ ਵੀ ਸਾਡਾ ਲਾਸਟ ਪੇਜ ਹੈ ਉਹਦੇ ਵਿੱਚ ਅਸੀਂ ਸਾਡੇ ਕੋਰਸ ਔਰ ਵਿਗਿਆਨੀਆਂ ਦੇ ਨਾਮ ਉਹ ਵੀ ਦਿੱਤੇ ਹੋਏ ਨੇ, ਕਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਕਿਹੜਾ ਟ੍ਰੇਨਿੰਗ ਕੋਰਸ ਲੱਗਣਾ, ਔਰ ਸਾਡੇ ਫਾਰਮਰ ਜਿਹੜੇ ਨੇ ਉਹ ਟ੍ਰੇਨਿੰਗ ਲਗਾ ਸਕਦੇ ਨੇ। ਬਿਲਕੁਲ ਡਾਕਟਰ ਸਾਹਿਬ, ਭਾਵੇਂ ਉਹ ਖੇਤੀ ਸਹਾਇਤ ਹੋਵੇ ਜਾਂ ਪ੍ਰੋਗਰਾਮ ਕਿਸਾਨ ਹੈਲਪਲਾਈਨ ਹੋਵੇ, ਸਾਡੀ ਕੋਸ਼ਿਸ਼ ਇਹੀ ਹੈ ਕਿ ਕਿਸਾਨ ਵੀਰਾਂ ਨੂੰ ਚੰਗਾ ਮੁਨਾਫਾ ਹੋਣਾ ਚਾਹੀਦਾ ਹੈ, ਉਹਨਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ। ਤੇ ਹੁਣ ਇੱਕ ਕਿਸਾਨ ਵੀਰ ਨੇ ਡਾਕਟਰ ਸਾਹਿਬ ਜਿਹੜੇ ਆਪਣੇ ਸਵਾਲ ਦੇ ਨਾਲ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਹਰਜਿੰਦਰ ਸਿੰਘ ਗੱਲ ਕਰ ਰਿਹਾ ਸੀਗਾ, ਰੂਪਨਗਰ ਤੋਂ ਜੀ। ਹਰਜਿੰਦਰ ਜੀ, ਆਪਣਾ ਸਵਾਲ ਪੁੱਛੋ। ਹਾਂਜੀ, ਮੇਰਾ ਸਵਾਲ ਸੀਗਾ ਜੀ ਵੀ ਮੈਂ ਮਸ਼ਰੂਮ ਦੀ ਖੇਤੀ ਕਰਨਾ ਚਾਹੁੰਦਾ ਸੀਗਾ ਜੀ, ਤੇ ਕੋਈ ਯੂਨੀਵਰਸਿਟੀ ਵੱਲੋਂ ਬੁੱਕ ਅਜਿਹੀ ਹੈਗੀ ਹੈ ਜਿਸ ਨਾਲ ਮੈਨੂੰ ਟ੍ਰੇਨਿੰਗ ਮਿਲ ਸਕੇ, ਮੈਂ ਮਸ਼ਰੂਮ ਦੀ ਖੇਤੀ ਕਰ ਸਕਾਂ ਜੀ? ਜੀ ਡਾਕਟਰ ਸਾਹਿਬ, ਮਸ਼ਰੂਮ ਦੇ ਬਾਰੇ, ਖੁੰਭਾਂ ਦੀ ਖੇਤੀ ਬਾਬਤ ਅਸੀਂ ਟ੍ਰੇਨਿੰਗਾਂ ਜਿਹੜੀਆਂ ਉਹ ਲਗਾਉਂਦੇ ਆ, ਔਰ ਕਿਤਾਬਾਂ ਸਾਡੇ ਕੋਲ ਨੇ। ਤੁਸੀਂ ਰੋਪੜ ਤੋਂ ਗੱਲਬਾਤ ਕਰ ਰਹੇ ਹੋ, ਤੇ ਰੋਪੜ ਸਾਡਾ ਕ੍ਰਿਸ਼ੀ ਵਿਗਿਆਨ ਕੇਂਦਰ ਹੈ, ਔਰ ਉਸ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚੋਂ ਤੁਸੀਂ ਕਿਤਾਬ ਵੀ ਲੈ ਸਕਦੇ ਹੋ, ਔਰ ਉੱਥੇ ਤੁਸੀਂ ਇਹਦੀ ਸਿਖਲਾਈ ਵੀ ਲੈ ਸਕਦੇ ਹੋ, ਕਿਉਂਕਿ ਉੱਥੇ ਸਾਡਾ ਬਕਾਇਦਾ ਇੱਕ ਮਸ਼ਰੂਮ ਯੂਨਿਟ ਬਣਿਆ ਹੋਇਆ। ਪਹਿਲਾਂ ਉੱਥੇ ਜਾ ਕੇ ਯੂਨਿਟ ਨੂੰ ਦੇਖੋ ਔਰ ਵੇਖੋ ਕਿ ਉਹ ਕਿਸ ਤਰ੍ਹਾਂ ਕਰ ਰਹੇ ਨੇ, ਕਿਹੜੇ ਤੂੜੀ ਦੀ ਖੁੰਭ ਵਾ ਜਾਂ ਪਰਾਲੀ ਦੀ ਖੁੰਭ ਵਾ, ਔਰ ਜਦੋਂ ਤੁਸੀਂ ਇਹ ਚੀਜ਼ ਵੇਖ ਲਓਗੇ ਤਾਂ ਆਣ ਕੇ ਘਰੇ ਫਿਰ 2-4 ਬੈਗ ਤੁਹਾਨੂੰ ਉਹ ਵੀ ਦੇ ਸਕਦੇ ਨੇ ਉੱਥੋਂ, ਤੇ ਆ ਕੇ ਘਰੇ ਫਿਰ ਤਿਆਰੀ ਕਰੋ, ਤੇ ਪਹਿਲਾਂ ਇਹਨੂੰ ਘਰੇਲੂ ਪੱਧਰ 'ਤੇ ਲਾਉਣ ਦੀ ਕੋਸ਼ਿਸ਼ ਕਰੋ। ਉਸ ਤੋਂ ਬਾਅਦ ਜਿਹੜਾ ਕਮਰਸ਼ੀਅਲ ਤੌਰ 'ਤੇ ਸੋਚੋ ਜਦੋਂ 4 ਪੈਸੇ ਬਣਦੇ ਹੋਣਗੇ, ਔਰ ਉਹ ਕਿਤਾਬ ਦੇ ਵਿੱਚ ਇਹ ਸਾਰੀਆਂ ਗੱਲਾਂ ਦਰਜ ਕੀਤੀਆਂ ਹੋਈਆਂ ਨੇ। ਜੀ ਡਾਕਟਰ ਸਾਹਿਬ, ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ। ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੁਸੀਂ ਅੱਜ ਸਾਂਝਾ ਕੀਤੀ ਹੈ, ਬਹੁਤ ਸ਼ੁਕਰੀਆ। ਧੰਨਵਾਦ। ਤੇ ਇੱਥੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਮੁਲਾਕਾਤ ਕਰਾਂਗੇ ਧਾਨੂਕਾ ਦੇ ਨੈਸ਼ਨਲ ਮਾਰਕੀਟਿੰਗ ਹੈੱਡ ਮਿਸਟਰ ਪਾਰਥਾ ਸੇਨ ਗੁਪਤਾ ਦੇ ਨਾਲ, ਤੇ ਨਾਲ ਹੀ ਹੋਣਗੇ ਸਵਾ ਸਮਾਰਟ ਧਾਨ ਐਗਰੀ ਟਿਪਸ ਵੀ। ਤੁਸੀਂ ਵੇਖਦੇ ਰਹੋ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 6। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਕਿਸਾਨ ਹੈਲਪਲਾਈਨ ਸ਼ੋ ਸੀਜ਼ਨ 6, ਤੇ ਹੁਣ ਮੁਲਾਕਾਤ ਕਰਦੇ ਹਾਂ ਧਾਨੂਕਾ ਦੇ ਨੈਸ਼ਨਲ ਮਾਰਕੀਟਿੰਗ ਹੈੱਡ ਮਿਸਟਰ ਪਾਰਥਾ ਸੇਨ ਗੁਪਤਾ ਦੇ ਨਾਲ, ਤੇ ਉਹਨਾਂ ਕੋਲੋਂ ਜਾਣਦੇ ਹਾਂ ਕਿ ਮੌਜੂਦਾ ਕਰੋਨਾ ਕਾਲ ਦੇ ਵਿੱਚ ਕਿਵੇਂ ਧਾਨੂਕਾ ਦੇ ਸਹਿਯੋਗ ਨਾਲ ਨਵੀਆਂ ਤਕਨੀਕਾਂ, ਐਗਰੀ ਇਨਪੁਟਸ ਦਾ ਇਸਤੇਮਾਲ ਕਰ खेती ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕਦਾ है। नमस्कार किसान भाइयों, आज पूरा दुनिया में जो पैंडेमिक का सिचुएशन है, हमारा देश उसका बाहर नहीं है, और इसमें एग्रीकल्चर भी इससे बाहर नहीं है। हम ये बोलना चाहेंगे कि लास्ट ईयर भी जो पैंडेमिक का सिचुएशन था उसमें खाली एग्रीकल्चर का जीडीपी ग्रोथ पॉजिटिव था, जब काफी सारे जीडीपी ग्रोथ पैंडेमिक के सिचुएशन में काफी सारे इंडस्ट्रीज का नेगेटिव एरिया था। हमारा उम्मीद है इस बार भी हम थोड़ा तेजी से आगे बढ़ेंगे। हमारा कंपनी आपका साथ है, और किसान भाइयों पूरा जोर तोड़ से इस बार भी अपना कोशिश से ये पैंडेमिक से आगे बढ़ेंगे, इसका बाहर आएंगे, एग्रीकल्चर को
और भी बेहतर जगह पे लेके जाएंगे। हर चैलेंजेस में एक अपॉर्चुनिटी भी छुपा हुआ रहते हैं। आज काफी सारे टेक्नोलॉजी जो इस्तेमाल नहीं होता था वो जल्दी से इस्तेमाल होने लगा है और किसानों ने ज्यादा से ज्यादा टेक्नोलॉजी को यूज कर रहे हैं और टेक्नोलॉजी का इस्तेमाल से हमारा एग्रीकल्चर और पैदावार और बहुत आगे बढ़ सकता है। और जब हम टेक्नोलॉजी का बात करते हैं, अब देखेंगे इस साल पंजाब का किसानों ने डायरेक्ट सीडेड राइस, जिसको डीएसआर बोला जाता है, को ज्यादा से ज्यादा अपना रहे हैं। इस बार मॉडर्न टेक्नोलॉजी का यूज से शुगर केन मतलब गन्ना और मक्के का खेती और पैडी का खेती, तीनों में लेबर यूजेस कम होगा, पानी का यूजेस कम होगा और ज्यादा पैदावार आएगा कम इनपुट से, और इसका फायदा किसानों को मिलेगा। लास्ट 4 दशक से किसान भाइयों के लिए न्यू टेक्नोलॉजी, इंटीग्रेटेड पेस्ट मैनेजमेंट से फिट हो ऐसा टेक्नोलॉजी हम ला रहे हैं। हमारा जो इंटरनेशनल कोलैबोरेशन है काफी सारे लीडिंग मल्टीनेशनल कंपनी से, जापानीज कंपनी से, उसमें हमको सहायता मिलता है आपके लिए नया नया टेक्नोलॉजी जो आपके लिए लाभदायक हो, जिसमें कम इनपुट से ज्यादा आउटपुट निकले। ये टेक्नोलॉजी हम किसानों का पास लेके आते हैं और हमारा जो एस्पिरेशन है, हम जो चाहते हैं, वो है ट्रांसफॉर्मिंग इंडिया थ्रू एग्रीकल्चर। अर्थात हम भारत को आगे बढ़ाना चाहते हैं एग्रीकल्चर का सहायता से, और धनु का इसमें किसानों को सब तरह का लेटेस्ट टेक्नोलॉजी प्रोवाइड करने के लिए अपना काम 4 दशक से जारी है, आगे भी जारी रहेगा। काका भारतीय किसानों के लिए एक बहुत बड़ा तकलीफदायक खरपतवार है साइपेरस रोटंडस, जिसको लोकल लैंग्वेज में मोथा भी बुलाया जाते हैं। ये गन्ने और मक्के के साथ में, फसल का साथ में शुरुआत से ही पोषण के लिए कम्पीट करते हैं, पर्टिकुलरली एनपीके को कम्पीट करके शुरू से ही गन्ना और मक्के के लिए पोषण कम कर देते हैं। आज तक और कोई भी दवा इसके लिए अवेलेबल नहीं था जो पूरा जड़ से मोथा को खत्म करे। धनुका कंपनी ने निसान का साथ मिलके, निसान एक अग्रणी एडवांस्ड जापानीज कंपनी है, उनके साथ मिलके सेम्प्रा नामक एक सॉल्यूशन लाया है। सेम्प्रा मोथा को जड़ से खत्म करता है और किसानों के लिए कम खर्च में ज्यादा मुनाफा का इंश्योर करते हैं गन्ना और मक्के के लिए। हम भारत का किसान को और पंजाब का किसान को ये आश्वासन देना चाहते हैं कि ये पैंडेमिक का समय में भी आपका जरूरतमंद एग्री इनपुट्स, एग्रोकेमिकल्स, पेस्टिसाइड आपको समय पे मिले, इसका पूरा कोशिश हम धनुका की तरफ से कर रहे हैं। और एक बात हम करना चाहते हैं कि ये जो हम टेक्नोलॉजी का बात कर रहे हैं, इस टेक्नोलॉजी का सहायता से आपको नया नया प्रोडक्ट हम कंटिन्यूअस लाएंगे, आपके लिए ये उपलब्ध कराएंगे। इसीलिए हम बोलते हैं देश का किसानों का विश्वास। ਤੇ ਆਓ ਹੁਣ ਮੁਲਾਕਾਤ ਕਰਦੇ ਹਾਂ ਅਗਾਂਹ-ਵਧੂ ਕਿਸਾਨ ਜੋ ਕਿ ਹੁਸ਼ਿਆਰਪੁਰ ਤੋਂ ਤਾਲੁਕ ਰੱਖਦੇ ਨੇ, ਗੁਰਿੰਦਰ ਸਿੰਘ ਬਾਜਵਾ, ਜੋ ਸੇਬ ਦੀ ਖੇਤੀ ਕਰਕੇ ਕਮਾ ਰਹੇ ਨੇ ਚੰਗਾ ਮੁਨਾਫਾ। ਖੇਤੀ ਦੇ ਸੈਕਟਰ ਵਿੱਚ ਅੱਜਕੱਲ ਕਿਸਾਨ ਕਾਫੀ ਮੱਲਾ ਮਾਰ ਰਹੇ ਨੇ ਤੇ ਦੂਜੇ ਕਿਸਾਨਾਂ ਲਈ ਵੀ ਮਿਸਾਲ ਬਣ ਰਹੇ ਨੇ। ਅੱਜ ਤੁਹਾਨੂੰ ਇੱਕ ਅਜਿਹੇ ਕਿਸਾਨ ਦੇ ਨਾਲ ਮਿਲਵਾਉਣ ਜਾ ਰਹੇ ਹਾਂ। ਹੌਸਲੇ ਅਤੇ ਨਵੀਂ ਸੋਚ ਨੂੰ ਸਤਾਰੇ ਲਾਉਣ ਵਾਲੇ ਕਿਸਾਨ ਗੁਰਿੰਦਰ ਸਿੰਘ ਨੇ ਬਾਗਬਾਨੀ ਦੇ ਵਿੱਚ ਮਿਸਾਲ ਪੈਦਾ ਕੀਤੀ ਹੈ।
ਹੁਸ਼ਿਆਰਪੁਰ ਦੇ ਪਿੰਡ ਚੋਹਾਲ ਦੇ ਵਿੱਚ ਆਪਣੀ ਸੋਚ ਨੂੰ ਰੰਗ ਦਿੱਤਾ ਅਤੇ ਸੇਬ ਦੀ ਪੈਦਾਵਾਰ ਕਰ ਇੱਕ ਮਿਸਾਲ ਕਾਇਮ ਕੀਤੀ। ਆਮ ਤੌਰ ਤੇ ਸੇਬ ਫਲ ਦਾ ਨਾਂ ਜਿੱਥੇ ਆਉਂਦਾ ਹੈ ਉੱਥੇ ਹੀ ਇਸ ਦੀ ਪੈਦਾਵਾਰ ਲਈ ਹਿਮਾਚਲ ਨੂੰ ਹੀ ਮੁੱਖ ਮੰਨਿਆ ਜਾਂਦਾ ਹੈ। ਪਰ ਕੰਢੀ ਖੇਤਰ ਵਿੱਚ ਵੀ ਘੱਟ ਠੰਡਕ ਵਾਲੇ ਸੇਬ ਦੀ ਪੈਦਾਵਾਰ ਕਰਕੇ ਮੁਨਾਫਾ ਕਮਾਇਆ ਜਾ ਸਕਦਾ ਹੈ। ਪਰ ਇਸ ਦੀ ਉਦਾਹਰਨ ਹੈ ਕਿਸਾਨ ਗੁਰਿੰਦਰ ਸਿੰਘ ਦਾ ਸੇਬਾਂ ਦਾ ਬਾਗ। ਮਨ 'ਚ ਸੀ ਕਿ ਕੋਈ ਨਵੀਂ ਵੈਰਾਈਟੀ, ਨਵਾਂ ਫਸਲ ਜਿਹੜੀ ਕਿਸਾਨ ਭਰਾਵਾਂ ਨੂੰ ਦਿੱਤੀ ਜਾਵੇ, ਸਪੈਸ਼ਲੀ ਪੰਜਾਬ ਕੰਡੀਸ਼ਨ ਜੋ ਹਾਲਾਤ ਹੈ ਅੱਜ ਕੱਲ੍ਹ, ਅਤੇ ਉਹਨਾਂ ਦਾ ਜਿਹੜਾ ਬਾਗਾਂ ਵੱਲੋਂ ਰੁਝਾਨ ਕਾਫੀ ਘਟਦਾ ਜਾ ਰਿਹਾ ਸੀ। ਅਤੇ ਇਸੇ ਤਰ੍ਹਾਂ ਫਿਰ ਇੱਕ ਵਾਰ ਮੈਂ ਘੁੰਮਦੇ ਫਿਰਦੇ ਹੀ ਮੈਨੂੰ ਦਿਮਾਗ 'ਚ ਆਇਆ, ਕਿਉਂਕਿ ਜਿੱਥੇ ਆਪਾਂ ਖੜ੍ਹੇ ਹਾਂ ਇਸ ਏਰੀਏ ਦਾ ਟੈਂਪਰੇਚਰ ਜਿਹੜਾ ਹੈ ਕਾਫੀ ਡਾਊਨ ਹੈ। ਮੈਂ ਕੁਛ ਬੂਟੇ ਲਿਆ ਕੇ ਲਾਏ ਅਤੇ ਉਹ ਕਾਫੀ ਵਧੀਆ ਚੱਲੇ। ਫਿਰ 2 ਸਾਲ ਬਾਅਦ ਫਿਰ ਮੈਂ ਇਹਨੂੰ ਵਧਾ ਤਾ। ਹੁਣ ਮੇਰੇ ਕੋਲ 1 ਹੈਕਟੇਅਰ ਦੇ ਕਰੀਬ 2.5 ਏਕੜ ਦੇ ਕਰੀਬ ਬਾਗ ਹੈ ਇਹਦਾ, ਸੇਬ ਦਾ। ਤਕਰੀਬਨ 450 ਬੂਟਾ ਹੈ ਅਤੇ ਇਸ ਸਾਲ ਮੈਂ 150 ਬੂਟਾ ਹੋਰ ਲਾਇਆ। ਹਾਰਟੀਕਲਚਰ ਵਿਭਾਗ ਵਿੱਚ ਬਤੌਰ ਅਸਿਸਟੈਂਟ ਰਹਿ ਚੁੱਕੇ ਸੇਵਾ ਮੁਕਤ ਕਿਸਾਨ ਗੁਰਿੰਦਰ ਸਿੰਘ ਨੇ ਆਪਣੀ ਨਵੀਂ ਸੋਚ ਨੂੰ ਕਾਮਯਾਬੀ ਦੇ ਸਿਤਾਰੇ ਲਾਉਣ ਬਾਰੇ ਦੱਸਦਿਆਂ ਹੋਇਆ ਕਿਹਾ ਹੈ ਕਿ ਅੱਜ ਦਾ ਕਿਸਾਨੀ ਦਾ ਪੱਧਰ ਨੀਵਾਂ ਜਾ ਰਿਹਾ ਅਤੇ ਉਹ ਕਿਸਾਨ ਵੀਰਾਂ ਨੂੰ ਬਾਗਬਾਨੀ ਕਰਨ ਦੀ ਸਲਾਹ ਦਿੰਦੇ ਨੇ, ਜਿਸ ਵਿੱਚ ਕਿਸਾਨ ਵੀਰ ਆਪਣੀ ਮਿਹਨਤ ਦੇ ਨਾਲ ਚੰਗਾ ਮੁਨਾਫਾ ਕਮਾ ਸਕਦੇ ਨੇ। ਅਜਿਹੀ ਹਿੰਮਤ ਅਤੇ ਹੌਸਲੇ ਅਤੇ ਨਵੀਂ ਸੋਚ ਨੂੰ ਪੀਟੀਸੀ ਨਿਊਜ਼ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਤੇ ਨਾਲ ਹੀ ਅਜਿਹੇ ਕਦਮ ਦੀ ਸਰਾਹਨਾ ਵੀ। ਮੈਂ ਤਾਂ ਕਿਸਾਨ ਵੀਰਾਂ ਨੂੰ ਇਹੀ ਕਹਿਣਾ ਕਿ ਬਾਗਬਾਨੀ ਅਪਣਾਉਣੀ ਚਾਹੀਦੀ ਆ। ਬਾਗਬਾਨੀ 'ਚ ਬਹੁਤ ਸਾਰੇ ਹੈਗੇ ਆ ਵਿਕਲਪ ਹੈਗੇ ਆ। ਡਿਵਰਸੀਫਿਕੇਸ਼ਨ ਇਨ ਹਾਰਟੀਕਲਚਰ ਇਟਸੈਲਫ, ਜਿਹਦੇ ਵਿੱਚ ਜਿੱਦਾਂ ਕਿੰਨੂ ਤੋਂ ਤੁਸੀਂ ਆੜੂ, ਨਾਖ, ਅਲੂਚਾ ਬਹੁਤ ਵਧੀਆ ਭਾਅ ਮਿਲਦਾ। ਇਹਦੇ 'ਚ ਵੀ ਕਿਸਾਨ ਭਰਾ ਕਾਫੀ ਕਮਾ ਰਹੇ ਆ। ਤਾਂ ਵਾਕਈ ਹੀ ਲੋੜ ਹੈ ਕਿਸਾਨੀ ਦੇ ਖੇਤਰ ਵਿੱਚ ਗੁਰਿੰਦਰ ਸਿੰਘ ਵਰਗੇ ਹੋਰ ਕਿਸਾਨਾਂ ਦੀ, ਤਾਂ ਜੋ ਦੂਜੇ ਕਿਸਾਨ ਵੀ ਗੁਰਿੰਦਰ ਸਿੰਘ ਵਰਗੇ ਕਿਸਾਨ ਤੋਂ ਪ੍ਰੇਰਿਤ ਹੋ ਕੇ ਚੰਗਾ ਮੁਨਾਫਾ ਕਮਾ ਸਕਣ। ਪੀਟੀਸੀ ਨਿਊਜ਼ ਲਈ ਹੁਸ਼ਿਆਰਪੁਰ ਤੋਂ ਯੋਗੇਸ਼ ਅਰੋੜਾ ਦੀ ਰਿਪੋਰਟ। ਤੇ ਆਓ ਹੁਣ ਇੱਕ ਝਾਤ ਪਾਉਂਦੇ ਹਾਂ ਸਵਾ ਸਮਾਰਟ ਧਾਨ ਐਗਰੀ ਟਿਪਸ ਤੇ। ਮੱਕੀ ਦੀ ਕਟਾਈ ਕਰਕੇ ਝੋਨੇ ਦੀ ਬਿਜਾਈ ਕਰਨ ਵਾਸਤੇ ਤੁਹਾਨੂੰ ਛੋਟੀ ਮਿਆਦ ਵਾਲੀ ਕਿਸਮ ਦੀ ਲੋੜ ਹੈ। ਉਸ ਲਈ ਸਵਾਨਾ 127 ਤੇ ਸਵਾਨਾ 134 ਸਭ ਤੋਂ ਵਧੀਆ ਨੇ, ਜੋ ਸਮੇਂ ਸਿਰ ਪੱਕ ਕੇ ਅਗਲੀ ਫਸਲ ਵੀ ਕਟਵਾ ਦੇਣ। ਅੱਜ ਦੇ ਕਿਸਾਨ ਹੈਲਪਲਾਈਨ ਸ਼ੋਅ ਸੀਜ਼ਨ 6 ਵਿੱਚ ਇੰਨਾ ਹੀ। ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ, ਜੋ ਕਿ ਹੈ 93159299, ਇਸ ਉੱਤੇ ਮਿਸਡ ਕਾਲ ਕਰਨੀ ਜਾਂ WhatsApp ਕਰਨਾ ਨਾ ਭੁੱਲਿਓ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਕਿਸਾਨੀ ਨਾਲ ਜੁੜੇ ਤੁਹਾਡੇ ਸਵਾਲ ਜਾਣੇਗੀ। ਫਿਰ ਹੋਵੇਗੀ ਮੁਲਾਕਾਤ। ਵੇਖਣਾ ਭੁੱਲਿਓ ਨਾ ਕਿਸਾਨ ਹੈਲਪਲਾਈਨ ਸ਼ੋਅ ਸੀਜ਼ਨ 6, ਕੋ ਪਾਵਰਡ ਬਾਏ ਧਾਨੂਕਾ ਦਾ ਸੈਂਪਰਾ ਨੇ ਕੀਤਾ ਕਮਾਲ। ਗੰਡਾ ਤੋਂ ਖਤਮ ਕਰੇ ਮੋਥਾ, ਮਿਹਨਤ ਘੱਟ ਤੇ ਮੁਨਾਫਾ ਮੋਟਾ। ਅਤੇ ਸਵਾਨਾ ਸੀਡਸ ਸਵਾ ਸਮਾਰਟ ਧਾਨ, ਵਜ਼ਨਦਾਰ ਦਾਣੇ, ਭਰਪੂਰ ਝਾੜ, ਹੁਣ ਦੋਹਰੀ ਸੁਰੱਖਿਆ ਨਾਲ। ਦਿਓ ਇਜਾਜ਼ਤ, ਰੱਬ ਰੱਖਾ।